ਸਤਿ ਸ਼੍ਰੀ ਅਕਾਲ। ਇਸ ਤੋਂ ਪਹਿਲੇ ਐਪੀਸੋਡ ਦੇ ਉੱਤੇ ਆਪਾਂ ਸ਼ੁਰੂ ਕੀਤਾ ਸੀਗਾ ਅਧਿਆਤਮਿਕ ਸਵਾਸਥ। ਅਧਿਆਤਮਿਕ ਸਵਾਸਥ ਕੀ ਚੀਜ਼ ਹੈ? ਅੱਜ ਸਾਡੇ ਮੈਡੀਕਲ ਸਾਇੰਸ ਦੇ ਵਿੱਚ ਅਧਿਆਤਮਿਕ ਸਵਾਸਥ ਦੇ ਉੱਤੇ ਕੋਈ ਲਿਟਰੇਚਰ ਵੀ ਨਹੀਂ ਹੈ ਔਰ ਕੋਈ ਮੈਡੀਸਨ ਵੀ ਨਹੀਂ ਹੈ, ਔਰ ਇਹ ਕੌਨਸ਼ੀਅਸ ਦੀ ਬਿਮਾਰੀ ਹੈ। ਇਸ ਨੂੰ ਹੀਲ ਕਰਨਾ ਜ਼ਰੂਰੀ ਹੈ। ਇਸ ਨੂੰ ਅਸੀਂ ਇਹ ਵੀ ਕਹਿ ਸਕਦੇ ਹਾਂ ਹੀਲਿੰਗ ਆਫ ਹੈਡ, ਕਿ ਮਸਤਕ ਦੇ ਅੰਦਰ ਜੋ ਚੇਤਨਾ ਬੈਠੀ ਹੈ ਉਸ ਨੂੰ ਅਸੀਂ ਹੀਲ ਕਰਨਾ ਹੈ। ਅੱਜ ਦੇ ਵਾਤਾਵਰਨ ਨੂੰ ਦੇਖੀਏ ਤਾਂ ਚਾਰੋਂ ओर ਕੋਈ ਨਾ ਕੋਈ ਦੁੱਖ ਦਰਦ ਲੈ ਕਰਕੇ ਆਦਮੀ ਚੱਲ ਰਿਹਾ ਹੈ, ਪਰ ਇਹ ਦੁੱਖ ਦਰਦ ਸਾਡੀ ਕੌਨਸ਼ੀਅਸ ਨਾਲ ਜੁੜਿਆ ਹੋਇਆ ਹੈ, ਸਾਡੀ ਚੇਤਨਾ ਨਾਲ ਜੁੜਿਆ ਹੋਇਆ ਹੈ। ਮੈਡੀਕਲ ਸਾਇੰਸ ਦੇ ਵਿੱਚ ਜੋ ਵੀ ਸਾਈਕਿਕ ਫੈਕਟਰ ਆਏ, ਜੋ ਵੀ ਮਨੋਰੋਗ ਦੇ ਫੈਕਟਰ ਆਏ, ਉਹਨਾਂ ਦਾਸ ਨੇ ਸਾਡੇ ਨਿਊਰੋਲੋਜਿਸਟ ਤੇ ਸਾਈਕੈਟਿਸਟ ਦੋਨਾਂ ਨੇ ਇਸ ਦੇ ਉੱਤੇ ਸਾਈਕੋਟ੍ਰੋਪਿਕ ਮੈਡੀਸਨ ਦਿੱਤੀਆਂ ਸ਼ੁਰੂ, ਔਰ ਉਹਦੇ ਡਿਪਰੈਸ਼ਨ ਦੀ ਦਵਾਈ ਸ਼ੁਰੂ ਕੀਤੀ, ਐਂਗਜ਼ਾਇਟੀ ਦੀ ਦਵਾਈ ਸ਼ੁਰੂ ਕੀਤੀ ਤੇ ਤਣਾਅ ਦੀ ਦਵਾਈ ਸ਼ੁਰੂ ਕੀਤੀ। ਪਰ ਉਸ ਦੀ ਰੂਟ ਕਾਜ਼ ਨਹੀਂ ਗਈ, ਉਸ ਦੀ ਜੜ ਨਹੀਂ ਗਈ। ਜਦੋਂ ਤੱਕ ਖਾਂਦੇ ਰਹੇ ਤਾਂ ਆਰਾਮ ਰਿਹਾ। ਤਾਂ ਅੱਜ ਆਪਾਂ ਇਹ ਚੀਜ਼ ਨੂੰ ਸਮਝੀਏ। ਕੱਲ੍ਹ ਦੇ ਟੌਪਿਕ ਦੇ ਵਿੱਚ ਮੈਂ ਕੌਨਸ਼ੀਅਸ ਦੇ ਜਾਂ ਚੇਤਨਾ ਦੇ, ਕੌਨਸ਼ੀਅਸ ਮਾਈਂਡ ਦੇ ਚਾਰੇ ਪ੍ਰਕਾਰ ਦੇ ਸਬਕੌਨਸ਼ੀਅਸ, ਅਨਕੌਨਸ਼ੀਅਸ ਤੇ ਸੁਪਰਾ ਕੌਨਸ਼ੀਅਸ ਤੇ ਰੋਸ਼ਨੀ ਪਾਈ ਸੀ, ਔਰ ਉਹਨਾਂ ਦੇ ਉੱਤੇ ਕੁਝ ਵਿਚਾਰ ਵੀ ਦੱਸੇ ਸੀ। ਅੱਜ ਆਪਾਂ ਇਸ ਚੀਜ਼ ਨੂੰ ਲਈਏ ਕਿ ਬਗੈਰ ਕਿਸੇ ਮੈਡੀਸਨ ਤੋਂ ਅਸੀਂ ਆਪਣੇ ਆਪ ਨੂੰ ਹੈਲਦੀ ਬਣਾ ਸਕਦੇ ਹਾਂ। ਕੱਲ ਮੈਂ ਇਹਦੀ ਪਰਿਭਾਸ਼ਾ ਵੀ ਦੱਸੀ ਸੀ ਕਿ ਹੈਲਥ ਇਜ਼ ਅ ਸਟੇਟ ਆਫ ਮਾਈਂਡ, ਕਿ ਸਵਾਸਥ ਜਿਹੜਾ ਹੈਗਾ ਉਹ ਸਾਡੀ ਚੇਤਨਾ ਦੀ ਸ਼ਕਤੀ ਹੈ। ਔਰ ਆਪਾਂ ਦੇਖੀਏ ਜਦੋਂ ਜੋ ਸਾਡੀ ਚੇਤਨਾ ਹੀਲ ਹੁੰਦੀ ਜਾਂਦੀ ਹੈ, ਔਰ ਉਸ ਦੇ ਨਾਲ ਸਾਡਾ ਮਨੋਬਲ ਵੀ ਵੱਧ ਜਾਂਦਾ ਹੈ। ਜਦੋਂ ਮਨੋਬਲ ਵੱਧ ਜਾਂਦਾ ਹੈ ਤਾਂ ਆਪਣੇ ਸੋਸ਼ਲ ਹੈਲਥ ਦੇ ਉੱਤੇ ਵੀ ਉਸ ਦਾ ਬਹੁਤ ਵੱਡਾ ਅਸਰ ਹੁੰਦਾ ਹੈ, ਕਿਉਂਕਿ ਸਾਡੇ ਵਿਚਾਰਾਂ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ। ਔਰ ਵਿਚਾਰਾਂ ਦਾ ਪਰਿਵਰਤਨ ਹੀ ਜੋ ਹੈ ਉਹੀ ਪੋਜ਼ਿਟਿਵ ਪਰਿਵਰਤਨ ਹੈ। ਔਰ ਅਸੀਂ ਉਸ ਦੇ ਉੱਤੇ ਵਿਚਾਰ ਕਰੀਏ ਕਿ ਅਸੀਂ ਆਪਣੇ ਲਾਈਫ ਸਟਾਈਲ ਨੂੰ ਵੀ ਬਦਲੀਏ। ਇਹਨਾਂ ਦੇ ਉੱਤੇ ਚਾਰੇ ਗੱਲਾਂ ਅਸਰ ਕਰਦੀਆਂ ਹਨ। ਸਾਡਾ ਆਚਰਣ ਵੀ ਇਹਦੇ ਉੱਤੇ ਇਫੈਕਟ ਕਰਦਾ ਹੈ, ਔਰ ਦੂਸਰੀ ਚੀਜ਼ ਹੈ ਸਾਡੇ ਜਿਹੜੇ ਥਾਟਸ ਹੈ, ਸਾਡੇ ਵਿਚਾਰ ਹੈ, ਉਹ ਇਹਦੇ ਉੱਤੇ ਬਹੁਤ ਵੱਡਾ ਅਸਰ ਕਰਦੇ। ਔਰ ਜਦੋਂ ਅਸੀਂ ਅਧਿਆਤਮਿਕ ਸਵਾਸਥ ਤੋਂ ਹੈਲਦੀ ਹੋ ਜਾਂਦੇ ਹਾਂ, ਨਿਰੋਗੀ ਹੋ ਜਾਂਦੇ ਹਾਂ, ਤਾਂ ਸਾਡਾ ਜੀਵਨ ਇੱਕ ਨਿਰਵਿਕਾਰ ਹੋ ਜਾਂਦਾ ਹੈ। ਅੱਜ ਦੁਨੀਆ ਦੇ ਅੰਦਰ ਇਹ ਚੀਜ਼ਾਂ ਵੱਧ ਰਹੀਆਂ ਹਨ। ਇੱਕ ਪਾਸੇ ਕ੍ਰੋਧ ਵੱਧ ਰਿਹਾ ਹੈ, ਦੂਜੇ ਪਾਸੇ ਲੋਭ ਵੱਧ ਰਿਹਾ ਹੈ, ਔਰ ਤੀਜੇ ਪਾਸੇ ਅਹੰਕਾਰ, ਈਗੋ। ਔਰ ਉਸ ਨੂੰ ਕਮ ਕਰਨ ਦੀ ਖਾਤਰ ਵਿਅਕਤੀ ਕੀ ਕੰਮ ਕਰਦਾ ਹੈ? ਉਹ ਜਾਂ ਤਾਂ ਕਿਸੇ ਸ਼ਰਾਬ ਦਾ ਸਹਾਰਾ ਲੈਂਦਾ ਹੈ ਜਾਂ ਕਿਸੇ ਨਸ਼ੇ ਦਾ ਸਹਾਰਾ ਲੈਂਦਾ ਹੈ, ਤੇ ਉਹ ਕੋਈ ਟ੍ਰੀਟਮੈਂਟ ਨਹੀਂ ਹੈ,
ਕਿਉਂਕਿ ਸਾਨੂੰ ਅਸ਼ਾਂਤੀ ਹੁੰਦੀ ਹੈ। ਹੁਣ ਆਪਾਂ ਇੱਕ ਚੀਜ਼ ਦੇਖੀਏ ਕਿ ਜਿਹੜੀ ਆਪਣੀ ਨੇਚਰ ਹੈ, ਜਿਹੜੀ ਆਪਣੀ ਓਰੀਜਨਲ ਨੇਚਰ ਹੈ, ਉਹ ਕੀ ਹੈ। ਆਪਾਂ ਕਿੰਨੀ ਦੇਰ ਗੁੱਸੇ ਵਿੱਚ ਰਹਿ ਸਕਦੇ ਹਾਂ? ਅਗਰ ਗੁੱਸਾ ਆ ਵੀ ਜਾਵੇ, ਲੜਾਈ ਝਗੜਾ ਵੀ ਹੋ ਜਾਵੇ, ਪਰਿਵਾਰ ਦੇ ਵਿੱਚ ਟੈਨਸ਼ਨ ਵੀ ਆ ਜਾਵੇ, ਉਹ ਟੈਨਸ਼ਨ ਨੂੰ ਆਪਾਂ ਕਿੰਨੀ ਦੇਰ ਬਰਦਾਸ਼ਤ ਕਰ ਸਕਦੇ ਹਾਂ? ਤਾਂ ਆਪਣੇ ਅੰਦਰੋਂ ਇੱਕ ਆਵਾਜ਼ ਨਿਕਲਦੀ ਕਿ ਮੈਨੂੰ ਸ਼ਾਂਤ ਰਹਿਣ ਦਿਓ। ਇਹ ਸ਼ਾਂਤੀ ਮੇਰਾ ਜੋ ਨਿੱਜੀ ਸੁਭਾਅ ਹੈ, ਮੇਰੀ ਚੇਤਨਾ ਦਾ, ਮੇਰੀ ਕੌਨਸ਼ੀਅਸ ਦਾ, ਮੇਰੀ ਅਧਿਆਤਮਿਕ ਸਵਾਸਥ ਦਾ ਜਿਹੜਾ ਨਿੱਜੀ ਸੁਭਾਅ ਹੈ, ਉਹ ਸ਼ਾਂਤੀ, ਪਵਿੱਤਰਤਾ, ਗਿਆਨ, ਰੂਹਾਨੀ ਪਿਆਰ, ਆਨੰਦ, ਇਹ ਸਭ ਚੀਜ਼ਾਂ ਮੇਰੀ ਓਰੀਜਨਲ ਵੈਲਿਊ ਹੈ, ਮੇਰੀਆਂ ਓਰੀਜਨਲ ਵੈਲਿਊਸ ਹਨ। ਔਰ ਇਸ ਦੇ ਨਾਲ ਆਪਾਂ ਇਹ ਚੀਜ਼ ਨੂੰ ਦੇਖੀਏ ਕਿ ਆਪਣੇ ਵਿੱਚ ਅਸ਼ਾਂਤੀ ਕਿਉਂ ਆਈ। ਜਿਸ ਤਰ੍ਹਾਂ ਪਾਣੀ ਨੂੰ ਦੇਖਿਆ ਕਿ ਪਾਣੀ ਦੀ ਨੇਚਰ ਸ਼ੀਤਲ ਰਹਿਣਾ, ਠੰਡਾ ਰਹਿਣਾ ਹੈ, ਪਰ ਜੇ ਪਾਣੀ ਨੂੰ ਅਗਨੀ ਦੇ ਉੱਪਰ ਰੱਖ ਦਈਏ ਤਾਂ ਪਾਣੀ ਗਰਮ ਹੋ ਜਾਂਦਾ ਹੈ। ਔਰ ਅਗਰ ਉਸ ਨੂੰ ਨੀਚੇ ਉਤਾਰ ਕੇ ਰੱਖੀਏ, ਕੁਛ ਦੇਰ ਮਗਰੋਂ ਉਹ ਆਪਣੀ ਅਵਸਥਾ ਵਿੱਚ ਆ ਜਾਂਦਾ ਹੈ, ਸ਼ੀਤਲ ਨੂੰ ਧਾਰਨ ਕਰ ਲੈਂਦਾ ਹੈ। ਹੁਣ ਆਪਾਂ ਦੇਖੀਏ ਕਿ ਆਪਣੀ ਜਿਹੜੀ ਓਰੀਜਨਲ ਨੇਚਰ ਹੈ, ਉਹ ਓਰੀਜਨਲ ਨੇਚਰ ਦੇ ਵਿੱਚ ਅਸ਼ਾਂਤੀ ਆਉਣ ਦਾ ਕਾਰਨ ਕੀ ਹੋਇਆ। ਪਹਿਲੇ ਤਾਂ ਇਹ ਸਾਡੀ ਆਇਡੈਂਟੀਫਿਕੇਸ਼ਨ ਜਿਹੜੀ ਹੈ, ਸਾਡੀ ਜਿਹੜੀ ਸੈਲਫ ਅਵੇਅਰਨੈਸ ਹੈ, ਜਿਹੜੀ ਜਾਗਰਤੀ ਹੈ ਕਿ ਮੈਂ ਕੌਣ ਹਾਂ, ਔਰ ਮੇਰੇ ਅੰਦਰ ਦੀ ਜੋ ਵੀ ਸਟਰਕਚਰ ਹੈ, ਮੈਨੂੰ ਉਸ ਦੀ ਜਾਣਕਾਰੀ ਨਹੀਂ ਹੈ। ਸਰੀਰ ਦੀ ਜਾਣਕਾਰੀ ਹੁੰਦੇ ਹੋਏ ਸਰੀਰ ਦੇ ਡਾਕਟਰ ਕੋਲੇ ਜਾਇਆ ਜਾ ਸਕਦਾ, ਸਰੀਰ ਨੂੰ ਮੈਡੀਸਨ ਲੈ ਕਰਕੇ ਠੀਕ ਕੀਤਾ ਜਾ ਸਕਦਾ ਹੈ, ਕਮਜ਼ੋਰੀ ਨੂੰ ਭਰਿਆ ਜਾ ਸਕਦਾ ਹੈ। ਪਰ ਮਾਨਸਿਕ ਕਮਜ਼ੋਰੀ ਜਾਂ ਮਾਨਸਿਕ ਸਵਾਸਥ, ਇਹਨੂੰ ਹੀਲ ਕਰਨ ਵਾਸਤੇ ਕਿਹੜੀ ਚੀਜ਼ ਦੀ ਲੋੜ ਹੈ? ਪਹਿਲਾਂ ਤਾਂ ਆਪਾਂ ਮੋਟੇ ਰੂਪ ਦੇ ਵਿੱਚ ਲਈਏ ਕਿ ਇਸ ਤੋਂ ਪਹਿਲਾਂ ਆਪਾਂ ਵਿਚਾਰਾਂ ਦੇ ਉੱਪਰ ਹੀ ਰੌਸ਼ਨੀ ਪਾਈ ਸੀ ਕਿ ਜਦੋਂ ਸਾਡੇ ਅੰਦਰ ਨੈਗੇਟਿਵ ਜਾਂ ਟੌਕਸਿਕ ਇਸ ਤਰ੍ਹਾਂ ਦੇ ਵਿਚਾਰ, ਜਿਹੜੇ ਵਿਅਰਥ ਵਿਚਾਰ ਹੈ, ਇਨਫੋਰਮੇਸ਼ਨ ਜਿਹੜੀ ਹੈ, ਸੂਚਨਾ ਹੈ, ਉਹ ਸਾਡੇ ਅੰਦਰ ਹਰ ਟਾਈਮ ਆਉਂਦੀ ਰਹਿੰਦੀ। ਉਹ ਸਾਨੂੰ ਕਿੱਥੋਂ ਮਿਲਦੀ ਹੈ? ਟੀਵੀ ਦੇਖਦੇ ਹਾਂ, ਨਿਊਜ਼ ਦੇਖਦੇ ਹਾਂ, ਤਾਂ ਨਿਊਜ਼ ਦੇ ਵਿੱਚ 90% ਨੈਗੇਟਿਵਿਟੀ। ਆਪਾਂ ਧਿਆਨ ਨਾਲ ਸੁਣਦੇ ਹਾਂ, ਆਪਣੇ ਮਨ ਅੰਦਰ ਜਾਂਦੀ ਹੈ, ਮਨ ਵਿਚਾਰ ਕਰਦਾ ਹੈ, ਔਰ ਵਿਚਾਰ ਦੇ ਵਿੱਚੋਂ ਇਮੋਸ਼ਨਸ ਪ੍ਰਗਟ ਹੋ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਵਿਚਾਰ ਦੀਆਂ ਤਰੰਗਾਂ ਹਨ। ਤਾਂ ਅੱਗੇ ਇਹ ਵਿਚਾਰ ਸਾਡੇ ਦਿਮਾਗ ਦੇ ਦੁਆਰਾ ਸਰੀਰ ਵਿੱਚ ਚਲੇ ਜਾਂਦੇ ਹਨ। ਜਦੋਂ ਇਹ ਦਿਮਾਗ ਦੇ ਉੱਤੇ ਇਫੈਕਟ ਕਰਦੇ ਹਨ ਤਾਂ ਸਾਡਾ ਮਨੋਬਲ ਘਟਦਾ ਹੈ, ਔਰ ਸਾਡੇ ਸਰੀਰ ਦੇ ਵਿੱਚ ਤਣਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਸਾਡੀ ਬਾਡੀ ਦੇ ਜਿੰਨੇ ਵੀ ਸੈੱਲ ਹਨ, ਮੈਂ ਦੱਸਿਆ ਸੀ ਕਿ 40 ਤੋਂ 50 ਟ੍ਰਿਲੀਅਨਸ ਬਾਡੀ ਸੈੱਲ ਹਨ, ਔਰ ਇੱਕ ਸੈੱਲ ਦਾ ਦੂਜੇ ਨਾਲ ਕਨੈਕਸ਼ਨ ਹੈ। ਇਹਨਾਂ ਦਾ ਸੰਤੁਲਨ, ਇਹਨਾਂ ਦੀ ਹਾਰਮੋਨੀ ਤਾਂ ਹੀ ਬਣੀ ਰਹਿੰਦੀ ਹੈ ਜੇ ਸਾਡੇ ਵਿਚਾਰ ਪੋਜ਼ਿਟਿਵ ਵਿਚਾਰਾਂ ਦਾ ਹੋਣਾ, ਸਾਡੀ ਅਧਿਆਤਮਿਕ ਸਵਾਸਥ ਦਾ ਅੱਛਾ ਹੋਣਾ, ਔਰ ਸਾਡੇ ਵਿੱਚ ਨੈਗੇਟਿਵਿਟੀ ਪ੍ਰਵੇਸ਼ ਨਹੀਂ ਕਰ ਸਕਦੀ। ਸਭ ਤੋਂ ਪਹਿਲਾਂ ਇੱਕੋ ਹੀ ਚੀਜ਼ ਦੇਖਣੀ ਹੈ ਕਿ ਮੈਂ ਕੌਣ ਹਾਂ, ਔਰ ਮੈਂ ਕੌਣ ਹਾਂ? ਮੈਂ ਇੱਕ ਚੇਤਨਾ ਹਾਂ, ਕੌਨਸ਼ੀਅਸ ਹਾਂ, ਮੈਂ ਇੱਕ ਆਤਮਾ ਹਾਂ।
ਪਰ ਇੱਕ ਚੀਜ਼ ਹੈ, ਆਤਮਾ ਨੂੰ ਸਮਝਣਾ ਹੀ ਕਾਫੀ ਨਹੀਂ ਹੈ। ਆਤਮਾ ਆਪਣੇ ਬ੍ਰੇਨ ਦੇ ਦੁਆਰਾ ਜੋ ਉਸ ਦਾ ਕੰਟਰੋਲ ਰੂਮ ਹੈ, ਉਸ ਦੇ ਅੰਦਰ ਜੋ ਵੀ ਅਲੱਗ-ਅਲੱਗ ਹਿੱਸੇ ਹਨ, ਉਹਨਾਂ ਦੇ ਦੁਆਰਾ ਉਹ ਕਿਵੇਂ ਸਾਨੂੰ ਮੈਨੇਜ ਕਰਦੀ ਹੈ। ਸਾਨੂੰ ਇਨਫੋਰਮੇਸ਼ਨ ਕਿਸ ਤਰ੍ਹਾਂ ਪਹੁੰਚਦੀ ਹੈ, ਪਹਿਲਾਂ ਬ੍ਰੇਨ ਵਿੱਚ ਜਾਂਦੀ ਹੈ ਔਰ ਬ੍ਰੇਨ ਦੇ ਵਿੱਚੋਂ ਫਿਰ ਅੱਗੇ ਜਾ ਕਰਕੇ ਉਹ ਸਾਡੀ ਚੇਤਨਾ ਵਿੱਚ ਜਾਂਦੀ ਹੈ, ਜਿਹਨੂੰ ਮੈਂ ਕੱਲ ਕਿਹਾ ਸੀ ਕਿ ਜਿਹੜੀ ਸਾਡੀ ਅਨਕੌਂਸ਼ੀਅਸ ਹੈ ਉਹ ਅਨਕੌਂਸ਼ੀਅਸ ਨਹੀਂ ਹੁੰਦੀ, ਉਹ ਸਾਡੇ ਵਿਚਾਰ ਡੋਰਮੈਂਟ ਲੈਵਲ ਦੇ ਉੱਤੇ ਜਾ ਕਰਕੇ ਸਾਡੇ ਸੁਪਰਾ ਕੌਨਸ਼ੀਅਸ ਦੇ ਵਿੱਚ ਚਲੇ ਜਾਂਦੇ ਨੇਗੇ, ਕਿ ਜਿਹੜੇ ਸਾਨੂੰ ਭੁੱਲ ਜਾਂਦੇ ਨੇ, ਉਹ ਸਾਨੂੰ ਕਦੇ ਯਾਦ ਨਹੀਂ ਆਉਂਦੇ, ਪਰ ਕਿਸੇ ਟਾਈਮ ਦੇ ਉੱਤੇ ਉਹ ਸਾਡੇ ਸੁਪਨਿਆਂ ਦੇ ਵਿੱਚ ਸਰਫੇਸ ਲੈਵਲ ਦੇ ਉੱਤੇ ਆ ਜਾਂਦੇ ਹਨ ਅਤੇ ਉਸ ਟਾਈਮ ਸਾਨੂੰ ਉਹ ਡਿਸਟਰਬੈਂਸ ਕਰਦੇ ਹਨ। ਪਰ ਇੱਕ ਚੀਜ਼ ਹੈ ਕਿ ਜਦੋਂ ਆਪਾਂ ਜਾਗਰਿਤ ਹਾਂ, ਜਾਗਰਿਤ ਦੇ ਵਿੱਚ ਆਪਾਂ ਆਪਣੇ ਵਿਚਾਰ ਨੂੰ ਬਦਲੀ ਕਰ ਸਕਦੇ ਹਾਂ। ਜਿਵੇਂ ਕੱਲ੍ਹ ਵੀ ਦੱਸਿਆ ਸੀਗਾ ਕਿ ਕੱਲ੍ਹ ਆਪਾਂ ਆਪਣੇ ਵਿਚਾਰਾਂ ਨੂੰ ਮੋੜ ਦੇ ਸਕਦੇ ਹਾਂ, ਨੈਗੇਟਿਵ ਵਿਚਾਰਾਂ ਨੂੰ ਮੋੜ ਦੇ ਕੇ ਪੋਜ਼ੀਟਿਵ ਕ੍ਰੀਏਟ ਕਰ ਸਕਦੇ ਹਾਂ, ਸਿਚੁਏਸ਼ਨ ਨੂੰ ਵੀ ਮੋੜ ਦੇ ਸਕਦੇ ਹਾਂ, ਆਪਾਂ ਆਪਣੇ ਮਨ ਦੀ ਦਿਸ਼ਾ ਨੂੰ ਵੀ ਬਦਲ ਸਕਦੇ ਹਾਂ। ਜਦੋਂ ਆਪਾਂ ਆਪਣੇ ਮਨ ਦੀ ਦਿਸ਼ਾ ਨੂੰ ਬਦਲਦੇ ਹਾਂ ਤਾਂ ਆਪਣੇ ਵਿਚਾਰਾਂ ਨੂੰ ਚੈੱਕ ਵੀ ਕਰ ਸਕਦੇ ਹਾਂ। ਕਿਸ ਤਰ੍ਹਾਂ ਚੈੱਕ ਕਰ ਸਕਦੇ ਹਾਂ ਕਿ ਆਪਾਂ ਆਪਣੇ ਵਿਚਾਰਾਂ ਦੇ ਉੱਤੇ ਅਟੈਂਸ਼ਨ ਦੇਈਏ, ਚੈੱਕ ਕਰੀਏ ਕਿ ਮੇਰਾ ਅਗਲਾ ਆਉਣ ਵਾਲਾ ਵਿਚਾਰ ਕਿਸ ਤਰ੍ਹਾਂ ਦਾ ਹੋਏਗਾ। ਜੇ ਅਸੀਂ ਅਟੈਂਸ਼ਨ ਦੇ ਕਰਕੇ ਚੈਕਿੰਗ ਕਰਾਂਗੇ ਤਾਂ ਸਾਡਾ ਜਿਹੜਾ ਵਿਚਾਰ ਹੈ ਅਗਲਾ ਉਹ ਆਏਗਾ ਨਹੀਂ, ਜੇ ਆਏਗਾ ਤਾਂ ਉਹਨੂੰ ਚੈੱਕ ਕਰਕੇ ਉਸ ਨੂੰ ਰਿਜੈਕਟ ਵੀ ਕੀਤਾ ਜਾ ਸਕਦਾ ਹੈ, ਉਸ ਨੂੰ ਸਿਲੈਕਟ ਵੀ ਕੀਤਾ ਜਾ ਸਕਦਾ ਹੈ। ਅਤੇ ਜਿਹੜੀ ਹੈਲਥ ਹੈ, ਜਿਹਨੂੰ ਅਧਿਆਤਮਿਕ ਸਵਾਸਥ ਕਹਿੰਦੇ ਹਾਂ, ਇਹ ਇੱਕ ਬਹੁਤ ਵੱਡੀ ਚੀਜ਼ ਹੈ। ਇਹਨੂੰ ਅਸੀਂ ਕਹਿੰਦੇ ਹਾਂ ਕਿ ਹੋਲੀਸਟਿਕ ਡਾਇਮੈਂਸ਼ਨ ਆਫ ਦਾ ਹੈਲਥ, ਕਿ ਇਹ ਇੱਕ ਉਹ ਸਵਸਥ ਹੈ ਜਿਹਦੇ ਵਿੱਚ ਹੋਲੀਨੈਸ ਹੈ। ਹੋਲੀਨੈਸ ਮਾਨਾ ਪਵਿੱਤਰਤਾ ਹੈ ਔਰ ਸ਼ਾਂਤੀ ਹੈ, ਔਰ ਇਹਦੇ ਨਾਲ ਸਾਡੇ ਜਿਹੜੇ ਸਰੀਰ ਦੇ ਸੈੱਲ ਹੈ ਔਰ ਜਿਹੜਾ ਸਾਡਾ ਚਿਹਰਾ ਹੈ ਉਹਦੇ ਵਿੱਚ ਰੌਸ਼ਨੀ ਆ ਜਾਂਦੀ ਹੈ, ਬੁਢਾਪਾ ਜਲਦੀ ਨਹੀਂ ਆਉਂਦਾ। ਕਿੰਨੇ ਫਾਇਦੇ ਹਨ। ਤਾਂ ਇਸ ਤਰ੍ਹਾਂ ਹੀ ਇਹ ਚੀਜ਼ ਹੈ ਕਿ ਪਹਿਲਾਂ ਆਪਾਂ ਇਸ 'ਤੇ ਵਿਚਾਰ ਕਰੀਏ ਕਿ ਜਿਹੜੀ ਆਤਮਾ ਦੇ 3 ਹਿੱਸੇ ਹਨ, ਉਹਦੇ 3 ਮੰਤਰੀ ਹਨ। ਉਹਨੂੰ ਅਸੀਂ ਮੰਤਰੀਆਂ ਦੇ ਰੂਪ ਵਿੱਚ ਲੈ ਲਏ, ਇੱਕ ਮਾਈਂਡ ਔਰ ਇੱਕ ਇੰਟੈਲੈਕਟ ਔਰ ਇੱਕ ਐਟੀਟਿਊਡ। ਮਾइंड, इंटेलेक्ट एंड एटीट्यूड, मन, बुद्धि और संस्कार। एक का काम है विचार ਨੂੰ उठा देना, ਉਹਨੂੰ ਅੱਗੇ ਪਾਸ ਕਰ ਦੇਣਾ, ਔਰ ਪਾਸ ਕਰਕੇ निर्णय लेना ਜਿਹੜਾ ਹੈਗਾ ਉਹ निर्णय शक्ति ਦਾ ਕੰਮ ਹੈ ਸਾਡੀ इंटेलेक्ट ਦਾ। जिस तरह वकील ਦਾ ਕੰਮ ਹੈ ਬੋਲ ਕਰਕੇ ਜੱਜ ਨੂੰ ਸਮਝਾਉਣਾ, ਔਰ ਜੱਜ ਦਾ ਕੰਮ ਹੈ ਡਿਸੀਜ਼ਨ ਲੈਣਾ। ਜੇ ਅਸੀਂ ਪੋਜ਼ੀਟਿਵ ਡਿਸੀਜ਼ਨ ਲੈਂਦੇ ਹਾਂ ਤਾਂ ਸਾਡੀ ਸਵਸਥ ਦਿਨ ਪ੍ਰਤੀ ਦਿਨ ਹੈਲਦੀ ਹੁੰਦੀ ਜਾਂਦੀ ਹੈ। ਇਸ ਦੇ ਨਾਲ ਹੀ ਮੈਂ ਅੱਜ ਇੱਥੇ ਵਿਰਾਮ ਦਿੰਦਾ ਹੋਇਆ ਇਸੇ ਟੌਪਿਕ ਨੂੰ ਚਾਲੂ ਰੱਖਾਂਗਾ। ਸਤਿ ਸ਼੍ਰੀ ਅਕਾਲ।